ਚਾਹੀਦੀ ਹੈ। ਕਿਹੜੀ ਮੁਹੱਬਤ? ਲਿਖਿਆ ਵੀ ਉਹ ਗਾਲਾਂ ਖਾ ਕੇ ਗਾਲਾਂ ਦਿੰਦਾ ਨਹੀਂ ਸੀ, ਪਰ ਅਜੇ ਤੱਕ ਸਾਡੇ ਵਿੱਚ ਉਹ ਪਿਆਰ ਨਹੀਂ ਆਇਆ। ਲੇਕਿਨ ਜਦੋਂ ਪੌਲੁਸ ਕਹਿੰਦਾ ਤੁਹਾਡੇ ਉਸ ਪਿਆਰ ਦੇ ਬਾਰੇ ਦੇ ਵਿੱਚ ਮੈਨੂੰ ਪਤਾ ਲੱਗਾ, ਤੇ ਫਿਰ ਪੌਲੁਸ ਆਪਣੇ ਸ਼ਬਦਾਂ ਵਿੱਚ ਕੀ ਬਿਆਨ ਕਰ ਰਿਹਾ? ਕਹਿੰਦਾ ਜਦੋਂ ਪਤਾ ਲੱਗਾ, ਇਸ ਲਈ ਜਿਸ ਦਿਨ ਤੋਂ ਅਸੀਂ ਤੁਹਾਡੇ ਰੂਹਾਨੀ ਪਿਆਰ ਬਾਰੇ ਸੁਣਿਆ, ਉਸ ਦਿਨ ਤੋਂ ਅਸੀਂ ਇਹ ਦੁਆ ਕਰਨ ਤੋਂ ਨਹੀਂ ਹਟਦੇ ਕਿ ਤੁਸੀਂ ਹਰ ਪ੍ਰਕਾਰ ਦੇ ਰੂਹਾਨੀ ਗਿਆਨ ਦੇ ਵਿੱਚ, ਰੂਹਾਨੀ ਨੌਲੇਜ ਦੇ ਵਿੱਚ, ਸਪਿਰਚੁਅਲ ਵਿਜ਼ਡਮ ਅਤੇ ਸਮਝ ਯਾਨੀ ਅੰਡਰਸਟੈਂਡਿੰਗ ਨਾਲ ਉਸ ਦੀ ਇੱਛਾ ਦੀ ਪਹਿਚਾਣ ਦੇ ਵਿੱਚ ਵਧਦੇ ਜਾਓ। ਹਾਲੇਲੂਇਆ। ਪ੍ਰੇਮ ਦਾ ਪਤਾ ਲੱਗਾ, ਜਦੋਂ ਉਹ ਪ੍ਰੇਮ ਦਾ ਪਤਾ ਲੱਗਾ ਜੈਸਾ ਪ੍ਰੇਮ ਯਿਸੂ ਮਸੀਹ ਚਾਹੁੰਦਾ ਹੈ, ਤੇ ਫਿਰ ਉਹਨਾਂ ਦੇ ਦਿਲ ਤੋਂ ਦੁਆਵਾਂ ਨਿਕਲੀਆਂ। ਯਹੋਸ਼ੂਆ ਨੂੰ ਜਦੋਂ ਮੂਸਾ ਖੜਾ ਕਰਕੇ ਚਲਾ ਗਿਆ, ਕਹਿੰਦਾ ਤੂੰ ਇੱਥੇ ਰੁਕ ਤੇ ਮੈਂ ਖੁਦਾ ਦੇ ਨਾਲ ਗੱਲ ਕਰਕੇ ਆਉਣਾ। ਤੇ ਯਹੋਸ਼ੂਆ ਨੇ ਫਟਾਫਟ ਪੁੱਛਿਆ, ਕਹਿੰਦਾ ਵੀ ਕਿੰਨੀ ਕਿ ਜਲਦੀ ਆ ਜਾਓਗੇ? ਉਹ ਕਹਿੰਦਾ ਬਸ ਮੈਂ ਗਿਆ ਤੇ ਆ ਗਿਆ। ਯਹੋਸ਼ੂਆ ਨੇ ਨਹੀਂ ਸੀ ਪੁੱਛਿਆ, ਕਿਉਂਕਿ ਉਹ ਕਾਮਲ ਸ਼ਾਗਿਰਦ ਬਣਨਾ ਚਾਹੁੰਦਾ ਸੀ। ਹਾਲੇਲੂਇਆ। ਤੇ ਜਿਹੜਾ ਕਾਮਲ ਸ਼ਾਗਿਰਦ ਬਣਨਾ ਚਾਹੁੰਦਾ ਹੈ, ਉਹ ਕਦੇ ਉਸਤਾਦ ਦੇ ਨਾਲ ਸਵਾਲ ਨਹੀਂ ਕਰਦਾ, ਬਲਕਿ ਉਸਤਾਦ ਦੀ ਤਾਲੀਮ ਦੇ ਉੱਤੇ ਖੜ ਜਾਂਦਾ ਹੈ। ਹਾਲੇਲੂਇਆ। ਤੇ ਯਿਸੂ ਮਸੀਹ ਨੇ ਇਸੇ ਕਰਕੇ ਕਿਹਾ, ਅਗਰ ਤੁਸੀਂ ਮੇਰੀ ਤਾਲੀਮ ਦੇ ਉੱਤੇ ਖੜੇ ਰਹੋ ਤੇ ਠੀਕ ਤੁਸੀਂ ਮੇਰੇ ਸ਼ਾਗਿਰਦ ਹੋ, ਫਿਰ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਕਹਿੰਦਾ ਤੂੰ ਖੜ ਤੇ ਮੈਂ ਜਾਂਦਾ ਤੇ ਆਉਂਦਾ ਹਾਂ। ਮੂਸਾ ਚਲਾ ਗਿਆ, ਇੱਕ ਦਿਨ ਹੋ ਗਿਆ, ਇੱਕ ਰਾਤ ਹੋ ਗਈ, ਮੂਸਾ ਵਾਪਸ ਨਹੀਂ ਆਇਆ। 2 ਦਿਨ ਹੋ ਗਏ, 2 ਰਾਤਾਂ ਹੋ ਗਈਆਂ, 3 ਦਿਨ ਹੋ ਗਏ, 4 ਦਿਨ ਹੋ ਗਏ, 5 ਦਿਨ ਹੋ ਗਏ, 6 ਦਿਨ ਹੋ ਗਏ, 7 ਦਿਨ ਹੋ ਗਏ, 40 ਦਿਨ ਹੋ ਗਏ, 40 ਦਿਨ 40 ਰਾਤ ਹੋ ਗਏ। ਲੇਕਿਨ ਯਹੋਸ਼ੂਆ ਆਪਣੇ ਉਸਤਾਦ ਦੇ ਹੁਕਮ ਦੇ ਵਿੱਚ, ਉਹਦੀ ਇੰਤਜ਼ਾਰ ਦੇ ਵਿੱਚ ਖੜਾ ਕਿ ਜਦੋਂ ਮੇਰਾ ਉਸਤਾਦ ਆਵੇ, ਮੈਨੂੰ ਜਿਸ ਜਗ੍ਹਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਖੜਾ ਕਰ ਗਿਆ ਹੈ, ਮੈਨੂੰ ਉਸੇ ਤਰੀਕੇ ਦੇ ਨਾਲ ਪਾਵੇ ਤੇ ਮੈਨੂੰ ਆਸ਼ੀਸ਼ ਦੇਵੇ। ਹਾਲੇਲੂਇਆ। ਔਰ ਵਿਚਾਰ ਕਰੋ ਕਿ ਜਦੋਂ ਮੂਸਾ ਵਾਪਸ ਆਇਆ ਹੋਵੇਗਾ, ਉਹਦਾ ਦਿਲ ਕੈਸਾ ਮਚਲ ਉੱਠਿਆ ਹੋਵੇਗਾ, ਉਹਦੇ ਦਿਲ ਤੋਂ ਉਹਦੇ ਲਈ ਕੈਸੀ ਦੁਆ, ਕੈਸੀ ਆਸ਼ੀਸ਼, ਕੈਸੀ ਬਰਕਤ ਨਿਕਲੀ ਹੋਵੇਗੀ। ਕਈ ਵਾਰੀ ਅਸੀਂ ਮੂੰਹ ਤੋਂ ਬਰਕਤਾਂ ਦਿੰਦੇ ਹਾਂ, ਕੋਈ ਸਾਨੂੰ ਸਲਾਮ ਕਰਦਾ, ਅਸੀਂ ਕਹਿੰਦੇ ਸਲਾਮ ਜੀ, ਖੁਦਾ ਤੁਹਾਨੂੰ ਬਰਕਤ ਦੇਵੇ। ਇਹ ਉਦਾਂ ਹੀ ਬਰਕਤਾਂ ਜਿਹੜੀਆਂ ਮੂੰਹ 'ਚ ਨਿਕਲ ਜਾਂਦੀਆਂ, ਅਚਾਨਕ ਹੀ ਦੇਣੀ ਚਾਹੁੰਦੇ ਨਹੀਂ ਹੁੰਦੇ, ਪਰ ਫਿਰ ਵੀ ਫਾਰਮੈਲਿਟੀ ਕਰਨ ਲਈ ਕਹਿ ਦਿੰਦੇ ਚੱਲ ਕੋਈ ਰੱਬ ਤੇਰਾ ਭਲਾ ਕਰ ਦੇਵੇ। ਉਹ ਜਿਹੜਾ ਮੂੰਹ ਤੋਂ ਨਿਕਲ ਜਾਂਦਾ ਨਾ ਭਲਾ, ਉਹ ਨਹੀਂ ਹੁੰਦਾ। ਭਲਾ ਉਹ ਹੁੰਦਾ ਜਿਹੜਾ ਇੱਥੋਂ ਨਿਕਲਦਾ, ਤੇ ਇੱਥੋਂ ਉਦੋਂ ਨਿਕਲਦਾ ਹੈ ਜਦੋਂ ਕੋਈ ਸਾਨੂੰ ਦਿਲ ਤੋਂ ਖੁਸ਼ ਕਰਦਾ। ਹਾਲੇਲੂਇਆ। ਇਸਾਕ ਦੀ ਪਤਨੀ ਨੇ ਕਿਹਾ ਸੀ, ਮੈਂ ਵੈਸਾ ਭੋਜਨ ਬਣਾ ਕੇ ਤੈਨੂੰ ਦਵਾਂਗੀ ਜੈਸਾ ਭੋਜਨ ਤੇਰੇ ਪਿਤਾ ਨੂੰ ਪਸੰਦ ਹੈ। ਹਾਲੇਲੂਇਆ। ਉਹ ਉਹਨੂੰ ਖਾਵੇਗਾ ਤੇ ਉਹਦਾ ਜੀ ਪ੍ਰਸੰਨ ਹੋਵੇਗਾ, ਤੇ ਜਦੋਂ ਉਹਦਾ ਜੀ ਪ੍ਰਸੰਨ ਹੋਵੇਗਾ ਤੇ ਫਿਰ ਜੀ ਤੋਂ ਤੈਨੂੰ ਬਰਕਤ ਦੇਵੇਗਾ। ਇਹ ਜੀ ਤੋਂ ਬਰਕਤ ਨਹੀਂ ਲੈ ਸਕੇ ਅਸੀਂ ਅੱਜ ਤੱਕ। ਉਹਦੀ ਵਜ੍ਹਾ ਕੀ ਹੈ? ਵੀ ਅਸੀਂ ਅੱਜ ਤੱਕ ਉਸਤਾਦ ਨੂੰ ਖੁਸ਼ ਨਹੀਂ ਕਰ ਸਕੇ। ਖੁਸ਼ ਇਸ ਕਰਕੇ ਨਹੀਂ ਕਰ ਸਕੇ ਕਿਉਂਕਿ ਅਸੀਂ ਤਾਲੀਮ ਦੇ ਉੱਤੇ ਖੜੇ ਨਹੀਂ ਹੋ ਸਕੇ। ਤੇ ਜਿੰਨੀ ਦੇਰ ਤੱਕ ਤਾਲੀਮ ਦੇ ਉੱਤੇ ਖੜੇ ਨਹੀਂ ਆ, ਉਨੀ ਦੇਰ ਤੱਕ ਸਾਡੀ ਕੋਈ ਗਿਣਤੀ ਨਹੀਂ ਆ। ਭੁੱਲ ਜਾਓ, ਮੈਨੂੰ ਲੋਕੀ ਕਹਿੰਦੇ ਵੀ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ ਇਸ ਤਰ੍ਹਾਂ ਨਹੀਂ, ਲੇਕਿਨ ਮੈਂ ਬਾਈਬਲ ਦੇ ਵਿੱਚੋਂ ਪ੍ਰੂਫ ਕਰ ਦਵਾਂਗਾ। ਜਿਹੜਾ ਮਰਜ਼ੀ ਜਦੋਂ ਮਰਜ਼ੀ ਆ ਕੇ ਮੇਰੇ ਨਾਲ ਬੈਠ ਕੇ ਗੱਲ ਕਰ ਸਕਦਾ ਆ। ਜੋ ਕੁਝ ਤੁਸੀਂ ਸਮਝਦੇ ਹੋ ਉਹਦੇ ਨਾਲ ਤੁਸੀਂ ਦੁਲਹਨ ਦੀ ਗਿਣਤੀ ਦੇ ਵਿੱਚ ਸ਼ਾਮਲ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਹੋ ਸਕਦੇ, ਜਿੰਨੀ ਦੇਰ ਤੱਕ ਸਾਰੀ ਭਰਪੂਰੀ ਤੱਕ ਤੁਸੀਂ ਭਰਪੂਰ ਨਹੀਂ ਹੁੰਦੇ। ਮੂਸਾ ਖੁਦਾ ਦੇ ਜਲਾਲ ਦੇ ਵਿੱਚ ਉਹਨੂੰ ਭੁੱਖ ਨਹੀਂ ਲੱਗ ਰਹੀ, ਮੂਸਾ ਖੁਦਾ ਦੇ ਜਲਾਲ ਦੇ ਵਿੱਚ ਉਹਨੂੰ ਪਿਆਸ ਨਹੀਂ ਲੱਗ ਰਹੀ, ਮੂਸਾ ਖੁਦਾ ਦੇ ਜਲਾਲ ਦੇ ਵਿੱਚ ਉਹਨੂੰ ਨੀਂਦ ਨਹੀਂ ਆ ਰਹੀ। ਲੇਕਿਨ ਯਹੋਸ਼ੂਆ ਖੁਦਾ ਦੇ ਜਲਾਲ ਦੇ ਵਿੱਚ ਨਹੀਂ, ਆਪਣੇ ਉਸਤਾਦ ਦੇ ਹੁਕਮ ਦੇ ਵਿੱਚ ਖੜਾ ਹੈ। ਹਾਲੇਲੂਇਆ। ਆਮੀਨ। ਔਰ ਖੁਦਾ ਕੈਸਾ ਆ? ਉਹ ਕਦੇ ਕਿਸੇ ਦਾ ਕਰਜ਼ਾ ਨਹੀਂ ਰੱਖਦਾ। ਬਿਲਿਆਮ ਦੀ ਗਧੀ ਨੇ ਪੁੱਛਿਆ, ਖੁਦਾਵੰਦ ਖੁਦਾ, ਮੈਂ ਜਿਹੜਾ ਕੰਮ ਕੀਤਾ ਇਹਦੇ ਬਦਲੇ ਵਿੱਚ ਕਦੀ ਮੈਨੂੰ ਜਾਂ ਮੇਰੀ ਸੰਤਾਨ ਨੂੰ ਵੀ ਕੋਈ ਬਰਕਤ ਮਿਲੂਗੀ? ਖੁਦਾ ਕਹਿੰਦਾ ਮੈਂ ਕਦੀ ਕਿਸੇ ਦਾ ਕਰਜ਼ਾ ਨਹੀਂ ਰੱਖਦਾ, ਇੰਤਜ਼ਾਰ ਕਰ, ਤੇਰੀ ਸੰਤਾਨ ਨੂੰ ਮੈਂ ਇੱਜ਼ਤ ਬਖਸ਼ਾਂਗਾ,
तेरी संतान दे उत्ते मेरा बेटा सवार होके यरूशलेम दे विच दाखल होवेगा। हालेलुया। वो इज्जत बख्शांगा जिहड़ी इज्जत मेरे बेटे नूं मिलनी आ, वो बिल्कुल उहदे बराबर इज्जत तेरी संतान नूं मिलेगी। जिथे मेरे बेटे दा वेलकम होवेगा उत्थे तेरी संतान दा भी नाल नाल वेलकम होवेगा। अब्राहम नूं कहा कुर्बान कर दे, कुर्बान गाह ते ले जाके लटा दिता, लेकिन खुदा ने रोक लिया। अब्राहम कहता कि तू हुण इस तो वड्डा कोई काम करेगा? खुदा कहता इंतजार कर, तेरा तो मैं रोक लिया सी पर अपना कुर्बान कर दूंगा। हालेलुया। वो कदे किसी का कर्जा नहीं रखता। यहोशुआ नूं खड़ा देख लिया खुदा ने, ते यहोशुआ अपने मन दे विच सोचदा होवेगा कि की खुदा कदे मेरे खड़े होने दे बदले विच मैनूं कोई आशीष देवेगा? खुदा कहता इंतजार कर, मैं कदे किसी का कर्जा नहीं रखता, कदे नहीं रखता मैं कर्जा। और वक्त आया दुश्मनों के नाल लड़ाई हो रही सी, यहोशुआ ने दुआ की, कहता खुदावंद खुदा, मैं अपने उस्ताद दे हुक्म दे विच 40 दिन ते 40 रात खड़ा रहा सी, अज उस दा बदला देने का समा आ गया है, इसलिए हुण जो मैं कहांगा वो तैनूं करना पवेगा। खुदा ने कहा बोल यहोशुआ, कहना हुण मेरी गल सुन, ये सूरज भी अपनी जगह ते खड़ा हो जाए ते चंद भी अपनी जगह ते खड़ा हो जाए। ਉਹਦੇ ਮੁਖ ਦੇ ਵਿੱਚੋਂ ਵਾਕ ਨਿਕਲੇ। ਖੁਦਾਵੰਦ खुदा ने कला सूरज ते चंद ਨੂੰ नहीं खड़िया कीता, यहोशुआ दे खड़े होण ਨੂੰ ने चेते कीता और पूरी कायनात ਨੂੰ ने खड़िया कर दिता। हालेलुया। शागिर्द नहीं बने अजे तक, दुल्हन की शक्ल बन नहीं रही अजे तक। जिन्नी देर तक दुल्हन की शक्ल नहीं बनती उन्नी देर तक यीशु ने नहीं होना। और शैतान की यही सब तो वड्डी जित आ, जिन्नी देर लगेगी दुल्हन नूं तैयार होने दे विच उन्ना समा वो अपनी मन मर्जी कर सकता है, उन्ना समय तक वो अपनी मन मर्जी कर सकता है। हालेलुया। तुहाडे आत्मिक प्यार दे बारे सुनिया ते फिर असीं दिल तो शुरू कीता काम। दिल तो फिर उन्होंने दुआ निकली और कहता उस दिन तो असीं प्रार्थना करते हैं कि तुसीं हरेक किस्म के आत्मिक ज्ञान दे नाल, रूहानी ज्ञान दे नाल और समझ दे नाल तुसीं ओदी इच्छा दे विच पूरी तरह भरपूर हो जाओ। रूहानी ज्ञान और शरीरिक ज्ञान, जदों तक पतरस दे कोल शरीरिक ज्ञान सी उदों तक बड़ी जल्दी कर जांदा सी। जदों तक शरीरिक ज्ञान सी उदों तक शरीर दीयां इच्छावां नूं पूरा करदा सी, उदों तक शरीरिक होके बोल जांदा सी। यसु मसीह जदों भी कोई गल करदा सी वो सारियां दे विचों सिर कट होण दे लई उठ जांदा सी और फटाफट गल कर दिंदा सी। यसु मसीह पानी दे उत्ते चलदा आ रहा, किसी ने नहीं कहा, फटाफट बोलिया कहना मैनू इजाजत दे मैं आ जावां। यसु मसीह कहंदा आ जा आ जा। यसु मसीह ने कहा सबे मैनू छड्ड जाणगे, कोई नहीं बोलिया। पतरस फटाफट बोलिया कहंदा ये सारे छड्ड जाणगे पर मैं तैनू नहीं छड्डांगा। यसु मसीह कहंदा फिर बस हुण भविष्यवाणी भी तेरे बारे होवेगी, नबूवत भी तेरे बारे होवेगी, इन्हां विचों ते कोई नहीं बोलिया पर तू बोलिया हुण तेरे बारे मैं कहना कि कुक्कड़ उन्नी देर तक मांग नहीं दूगा जिन्नी देर तक तू 3 बार मेरा इनकार नहीं करे। शरीरिक सी, शरीरकता दे विच बोल जांदा सी, कल्ला ही बोल जांदा सी, शरीरिक ज्ञान सी। जदों रूहानी ज्ञान होया, पाक रू उतरिया ते लिखिया पतरस अपने साथियां दे नाल खड़ा होया। हालेलुया। किहनां दे नाल जी? मैनूं बड़ी अच्छी गल लगी, पास साहब ने कहते भी असीं एक कमेटी बनाई है, ਉਹਦੇ ਵਿੱਚ 12-14 ਮੈਂਬਰ ਮੈਨੂੰ ਪੂਰੀ ਗਿਣਤੀ ਨਹੀਂ ਪਤਾ ਕਹਿੰਦੇ ਰੱਖੇ ਆ ਔਰ ਅਸੀਂ ਸਾਰੇ ਇੱਕ ਦੂਸਰੇ ਦੀ ਸਲਾਹ ਦੇ ਨਾਲ ਚੱਲਦੇ ਹਾਂ। ਤੇ ਬਾਈਬਲ 'ਚ ਲਿਖਿਆ ਜਿੱਥੇ ਸਲਾਹ ਦੇ ਨਾਲ ਕੰਮ ਹੋਵੇ ਉੱਥੇ ਸਾਰੇ ਮਕਸਦ ਪੂਰੇ ਹੋ ਜਾਂਦੇ। ਹਾਲੇਲੂਇਆ ਹਾਲੇਲੂਇਆ। ਹੁਣ ਸਾਰੇ ਸਾਥੀਆਂ ਦੇ ਨਾਲ ਉੱਠਿਆ ਤੇ ਫਿਰ ਜਿਹੜਾ ਉਹਨੇ ਕਲਾਮ रूह दे नाल पेश किया, उत्थे कोई बीमार चंगा नहीं किया गया, उत्थे कोई मुर्दा नहीं चंगा किया गया, उत्थे कोई मौजा नहीं होया। जदों रूह दे विच उठिया ते सारी लिखत नूं जदों ने पेश किया, लिखिया ऐसा जज्बा सी
ਐਸਾ ਕਲਾਮ ਜਿਹੜਾ ਰੂਹ ਦੇ ਨਾਲ ਉਹਨੇ ਪੇਸ਼ ਕੀਤਾ, ਲੋਕਾਂ ਦੇ ਦਿਲ ਟੁੱਟ ਗਏ ਔਰ ਲੋਕ ਚੀਕ ਉੱਠੇ ਔਰ ਕਹਿੰਦੇ, ਹੇ ਭਾਈਓ, ਅਸੀਂ ਕੀ ਕਰੀਏ ਜੋ ਅਸੀਂ ਬਚਾਏ ਜਾਈਏ? ਅਸੀਂ ਕੀ ਕਰੀਏ? ਐਸਾ ਕਲਾਮ ਪੇਸ਼ ਕੀਤਾ ਕਿ ਲੋਕਾਂ ਦੇ ਦਿਲ ਟੁੱਟ ਗਏ। ਪਹਿਲਾਂ ਸਰੀਰ ਦੇ ਅਨੁਸਾਰ ਸੀ, ਹੁਣ ਰੂਹ ਦੇ ਵਿੱਚ ਉੱਠਿਆ। ਜਦੋਂ ਰੂਹ ਦੇ ਵਿੱਚ ਉੱਠਿਆ ਤੇ ਫਿਰ ਰੂਹ ਦੇ ਨਾਲ ਜਦੋਂ ਬੋਲਿਆ, ਜਦੋਂ ਸਾਰਿਆਂ ਨੂੰ ਨਾਲ ਲੈ ਕੇ ਬੋਲਿਆ, ਅੱਜ ਹਰੇਕ ਦੀ ਕੋਸ਼ਿਸ਼ ਇਹੀ ਆ, ਦੂਜਾ ਕੋਈ ਨਜ਼ਰ ਨਾ ਆਵੇ, ਸਿਰਫ ਮੈਂ ਹੀ ਮੈਂ ਨਜ਼ਰ। ਜਿਹੜਾ ਮੈਂ ਮਹਾਰਾਜ ਬਣ ਕੇ ਬੈਠਾ ਨਾ ਅੰਦਰ, ਸ਼ੈਤਾਨ ਓਡਾ ਵੱਡਾ ਦੁਸ਼ਮਣ ਨਹੀਂ ਆ ਜਿੰਨਾ ਵੱਡਾ ਦੁਸ਼ਮਣ ਇਹ ਮੈਂ ਮਹਾਰਾਜ ਬਣ ਕੇ ਬੈਠ ਗਿਆ ਹੈ। ਔਰ ਇਹ ਮੈਂ ਮਹਾਰਾਜ ਨਹੀਂ ਟਿਕਣ ਦਿੰਦਾ। ਮੈਂ ਇੱਥੋਂ ਉੱਥੇ ਜਾਣਾ ਆ, ਨਾਲ ਹੀ ਮੇਰੀਆਂ ਤਾਰੀਫਾਂ ਸ਼ੁਰੂ ਹੋ ਜਾਣੀਆਂ। ਕਿਆ ਬਾਤ ਸੀ ਜੀ, ਕਿਆ ਤੁਸੀਂ ਸੁਣਾਇਆ ਜੀ, ਕਿਆ ਤੁਸੀਂ ਸਮਝਾਇਆ ਜੀ, ਕਿਆ ਤੁਹਾਡਾ ਸਟਾਈਲ ਸੀਗਾ ਜੀ, ਕਿਆ ਤੁਸੀਂ ਗੱਲਬਾਤ ਕੀਤੀ ਜੀ, ਕਿਆ ਤੁਹਾਡੀਆਂ ਉਦਾਹਰਨਾਂ ਸੀ ਜੀ। ਉਦਾਂ ਅੰਦਰੋਂ ਮੈਂ ਮਾਰੇ ਨੇ ਫੁੱਲਣਾ ਸ਼ੁਰੂ ਹੋਣਾ। ਹਾਲੇ ਲੋ ਜੀ, ਅੱਜ ਤੇ ਪਾਸਟਰ ਕੋਖਰ ਜੀ ਹੁਣੀ ਵੀ ਸਾਡੇ ਸਾਹਮਣੇ ਡਾਊਨ ਹੋ ਗਏ। ਇਹ ਜਿਹੜਾ ਮੈਂ ਮਹਾਰਾਜ ਆਉਂਦਾ ਨਾ,